सत श्री अकाल। न्यूज़ 18 पंजाब हरियाणा हिमाचल देख रहे हो तुसी। गौरव शुक्ला मैं हां तुहाडे नाल। सवाल हो रहा है कि पंजाब च किस दी सरकार, हुण किस दी सरकार होएगी जदों ही ईवीएम खुलनियां शुरू होणगियां, पता लगना शुरू हो जाएगा और ईवीएम दे खुलण दा सिलसिला अगे वधेगा तो यह भी पता लगेगा कौन जित रहा है, कौन हार रहा है, किस दी सरकार बन रही है। पर उस तो पहला चर्चावां बहुत ने एग्जिट पोल नूं लैके और वोटिंग परसेंटेज नूं लैके। ਅਸੀਂ ਤੁਹਾਨੂੰ ਅੰਕੜਿਆਂ ਦੇ ਜ਼ਰੀਏ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ जो एग्जिट पोल ने या फिर दूजे पासे जो वोटिंग परसेंटेज हुंदा है वो कितना को महत्वपूर्ण हुंदा है जदों सीटां दा जिक्र करदे हां या फिर सरकार बनाउण दा जिक्र करदे हां। और इस खास पेशकश दे विच असीं वख-वख चोणां दा जिक्र करांगे कि पंजाब दे विच ਜਿਹੜੀਆਂ पिछलियां चोणां होईयां उस दे विच किहड़ी पार्टी किन्नी मजबूत नजर आई, कितना वोट परसेंटेज मिलिया ते फिर उस वोट परसेंटेज दे नाल किन्नियां सीटां मिलियां। मैं शुरुआत करन जा रहा। सब तो पहला असीं जिक्र करांगे 1997 दे चोणां दी। 1997 ਦੀਆਂ ਚੋਣਾਂ क्योंकि 1992 ਤੋਂ ਬਾਅਦ ਹੋਈਆਂ ਸੀ। 1992 ਦੇ ਵਿੱਚ 1992 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਇਲੈਕਸ਼ਨ ਦਾ ਬਾਈਕਾਟ ਕਰ ਦਿੱਤਾ ਸੀ। ਇਸ ਕਰਕੇ 97 ਦੇ ਵਿੱਚ ਇੱਕ ਵਾਰੀ ਫਿਰ ਤੋਂ ਮੈਦਾਨ 'ਚ ਆਇਆ ਔਰ ਅਕਾਲੀ ਦਲ ਨੇ 93 ਸੀਟਾਂ ਉੱਥੇ ਅਕਾਲੀ ਦਲ ਗੜਜੋੜ ਨੇ 93 ਸੀਟਾਂ ਜਿੱਤੀਆਂ। ਮੈਂ ਸਭ ਤੋਂ ਪਹਿਲਾਂ ਤੁਹਾਨੂੰ 1997 ਦੀਆਂ ਚੋਣਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਔਰ ਵੋਟ ਪਰਸੈਂਟੇਜ ਦਿਖਾ ਰਹੇ ਹਾਂ। ਇੱਥੇ ਕਾਂਗਰਸ ਨੂੰ 14 ਸੀਟਾਂ ਮਿਲੀਆਂ ਸੀ, ਵੋਟ ਪਰਸੈਂਟੇਜ ਸੀ ਕਰੀਬ 27%, 26.5 ਤੋਂ ਜ਼ਿਆਦਾ। ਸ਼੍ਰੋਮਣੀ ਅਕਾਲੀ ਦਲ ਨੂੰ 75 ਸੀਟਾਂ ਮਿਲੀਆਂ ਔਰ ਵੋਟ ਫੀਸਦ ਦੇਖੋ ਤੁਸੀਂ ਕਰੀਬ 37% ਤੋਂ ਜ਼ਿਆਦਾ 37.64%। ਬੀਜੇਪੀ ਨੂੰ 18, ਵੋਟ ਪਰਸੈਂਟੇਜ 8.8% ਔਰ ਬੀਐਸਪੀ ਵੀ ਉਸ ਸਮੇਂ ਵੋਟ ਪਰਸੈਂਟੇਜ ਲੈਣ ਦੇ ਵਿੱਚ ਜ਼ਰੂਰ ਚੰਗੀ ਕਾਮਯਾਬ ਹੋਈ ਸੀ ਔਰ 97 ਦੇ ਵਿੱਚ ਇੱਕ ਵਿਧਾਇਕ ਵੀ ਬੀਜੇਪੀ ਦਾ ਜਿੱਤ ਕੇ ਆਇਆ ਸੀ। ਅਦਰਸ ਨੂੰ 9 ਜਿੱਤੇ ਸੀ ਔਰ 20% ਉੱਥੇ ਉਹਨਾਂ ਨੂੰ ਵੋਟਾਂ ਪਈਆਂ ਸੀ। 97 ਦਾ ਅੰਕੜਾ ਹੈ। ਇਹ ਦੱਸਣ ਦੇ ਲਈ ਕਾਫੀ ਹੈ ਕਿ 97 ਦੇ ਵਿੱਚ ਕਰੀਬ 38% ਵੋਟਾਂ ਦੇ ਨਾਲ ਸਰਕਾਰ ਬਣਾਉਣ 'ਚ ਕਾਮਯਾਬ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੜਜੋੜ। ਜੇ ਦੋਵਾਂ ਦਾ ਟੋਟਲ ਮੈਂ ਕਰ ਲਵਾਂ ਤਾਂ ਇਹ 45% ਤੋਂ ਜ਼ਿਆਦਾ ਹੋ ਜਾਂਦਾ ਹੈ। 45% ਦੇ ਕਰੀਬ ਵੋਟਾਂ ਪਈਆਂ। ਇੱਥੇ ਇਹ ਵੀ ਕਾਬਿਲੇ ਗੌਰ ਹੈ ਕਿ 1997 ਦੇ ਇਲੈਕਸ਼ਨ ਦੇ ਵਿੱਚ ਜਿਹੜੇ ਅਦਰਸ ਨੇ ਉਹ ਮਜ਼ਬੂਤ ਨਜ਼ਰ ਆਉਂਦੇ ਨੇ ਕਿਉਂਕਿ 20% ਵੋਟਾਂ ਉਹ ਵੀ ਲੈ ਗਏ ਔਰ ਬੀਐਸਪੀ ਮਜ਼ਬੂਤ ਨਜ਼ਰ ਆਈ ਸੀ, ਕਰੀਬ 7.5% ਵੋਟ ਉਹ ਵੀ ਲੈ ਗਈ ਸੀ। ਅਗਲਾ ਅਸੀਂ 2002 ਦਾ ਜ਼ਿਕਰ ਕਰਾਂਗੇ। 2002 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ। ਕਰੀਬ 35%, 36% ਵੋਟਾਂ ਕਾਂਗਰਸ ਨੂੰ ਪਈਆਂ, 62 ਸੀਟਾਂ ਕਾਂਗਰਸ ਦੇ ਹਿੱਸੇ ਆ ਗਈਆਂ। ਅਕਾਲੀ ਦਲ ਨੂੰ 41 ਪਈਆਂ ਸੀ, 41 ਵੋਟਾਂ 41 ਸੀਟਾਂ ਮਿਲੀਆਂ ਸੀ, 31% ਵੋਟਾਂ ਪਈਆਂ ਔਰ ਬੀਜੇਪੀ ਨੂੰ 3 ਸੀਟਾਂ ਮਿਲੀਆਂ ਸੀ ਔਰ ਕਰੀਬ 5.5% ਵੋਟ ਪਈ ਸੀ ਜਦਕਿ ਬੀਐਸਪੀ ਦਾ ਖਾਤਾ ਨਹੀਂ ਖੁੱਲਿਆ। ਬੀਐਸਪੀ ਦਾ ਖਾਤਾ 1997 ਤੋਂ ਬਾਅਦ ਨਹੀਂ ਖੁੱਲਿਆ, ਵੋਟ ਪਰਸੈਂਟੇਜ ਹੇਠਾਂ ਜਾਂਦਾ ਰਿਹਾ ਔਰ ਅਦਰਸ ਦੇ ਖਾਤੇ ਦੇ ਵਿੱਚ 11 ਸੀਟਾਂ ਚਲੀਆਂ ਗਈਆਂ ਸੀ 2002 ਦੇ ਵਿੱਚ ਔਰ ਕਰੀਬ 22% ਵੋਟ। ਅਦਰਸ ਵਾਲੀ ਭੂਮਿਕਾ ਵੀ ਘਟਦੀ ਨਜ਼ਰ ਆਈ ਹੈ ਹਰ ਇਲੈਕਸ਼ਨ ਦੇ ਨਾਲ ਔਰ ਅੱਜ ਦੀ ਡੇਟ ਦੇ ਵਿੱਚ ਅਦਰਸ ਬਹੁਤ ਜ਼ਿਆਦਾ ਕੋਈ ਟੱਕਰ ਦੇ ਵਿੱਚ ਨਜ਼ਰ ਨਹੀਂ ਆਉਂਦੇ, ਹਾਲਾਂਕਿ ਵੋਟਾਂ ਸ਼ਾਇਦ ਜ਼ਰੂਰ ਉਹਨਾਂ ਨੂੰ ਪੈ ਜਾਣ। 2002 ਤੋਂ ਬਾਅਦ 2007 ਦਾ ਮੈਂ ਜ਼ਿਕਰ ਕਰਦਾ। ਮੈਂ ਹੋਰ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਸੌਖੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। 2007 ਦੇ ਵਿੱਚ ਕੀ ਹੋਇਆ? ਅਕਾਲੀ ਦਲ ਨੇ ਸਰਕਾਰ ਬਣਾਈ ਪਰ ਕਾਂਗਰਸ ਨੂੰ ਇੱਥੇ 44 ਸੀਟਾਂ ਮਿਲੀਆਂ ਸੀ। ਹੁਣ ਬਹੁਤ ਇੰਟਰਸਟਿੰਗ ਹੈ ਜੋ ਦੇਖਣ ਵਾਲੀ ਗੱਲ ਹੈ ਕਿ 2007 ਦੇ ਵਿੱਚ ਕਾਂਗਰਸ ਨੂੰ ਕਿੰਨੀਆਂ ਵੋਟਾਂ ਪਈਆਂ? ਕਰੀਬ 41%, 40.90% ਵੋਟਾਂ ਪਈਆਂ ਕਾਂਗਰਸ ਨੂੰ, 44 ਸੀਟਾਂ ਹਾਸਲ ਹੋਈਆਂ, ਸਰਕਾਰ ਨਹੀਂ ਬਣੀ। ਪਰ ਇੱਥੇ ਗੱਠਜੋੜ ਕੰਮ ਕਰ ਗਿਆ ਅਕਾਲੀ ਦਲ ਦਾ। ਅਕਾਲੀ ਦਲ ਦੇ ਹਿੱਸੇ ਆਈਆਂ 48 ਸੀਟਾਂ ਔਰ ਬੀਜੇਪੀ ਜ਼ਬਰਦਸਤ ਪਰਫਾਰਮੈਂਸ ਸੀ 2007 ਦੇ ਵਿੱਚ ਬੀਜੇਪੀ ਦੀ। 23 ਦੇ ਵਿੱਚੋਂ 23 ਸੀਟਾਂ ਤੇ ਬੀਜੇਪੀ ਲੜੀ, 19 ਸੀਟਾਂ ਜਿੱਤ ਗਈ ਪੰਜਾਬ ਦੇ ਵਿੱਚ ਔਰ 19 ਸੀਟਾਂ ਜਿੱਤਣ ਤੋਂ ਬਾਅਦ ਗੱਠਜੋੜ ਦੀ ਸਰਕਾਰ ਬਣਨੀ ਹੀ ਸੀ ਤਾਂ ਗੱਠਜੋੜ ਦੀ ਸਰਕਾਰ ਬਣੀ। ਬੀਜੇਪੀ ਦੀਆਂ 19 ਸੀਟਾਂ ਜਿੱਤਣ ਤੋਂ ਬਾਅਦ ਵੀ ਬਹੁਤ ਇੰਟਰਸਟਿੰਗ ਹੈ ਇਹ 19 ਸੀਟਾਂ ਬੀਜੇਪੀ ਨੂੰ ਮਿਲੀਆਂ ਪਰ ਵੋਟ ਪਰਸੈਂਟੇਜ ਸੀ ਸਿਰਫ 8.25%। ਯਾਨੀ ਕਿ ਜੇ ਕਿਸੇ ਨੂੰ ਬਲਕ ਦੇ ਵਿੱਚ ਵੋਟਾਂ ਪੈ ਗਈਆਂ ਔਰ ਦੂਜੇ ਪਾਸੇ ਸੀਟਾਂ ਆ ਜਾਣਗੀਆਂ, ਇਹ ਦੋਵੇਂ ਚੀਜ਼ਾਂ ਨਹੀਂ ਹੁੰਦੀਆਂ ਆਪਸ ਦੇ ਵਿੱਚ। ਮੈਂ ਅੱਗੇ ਦਿਖਾਵਾਂਗਾ 2017 ਵਾਲਾ, ਉਹ ਵੀ ਬਹੁਤ ਇੰਟਰਸਟਿੰਗ ਹੈ। ਬੀਐਸਪੀ ਨੂੰ ਵੋਟ ਪਰਸੈਂਟੇਜ ਹੋਰ ਘਟਿਆ, 4.25% ਤੋਂ ਹੇਠਾਂ ਚਲਿਆ ਗਿਆ, ਸੀਟ 0। ਅਦਰਸ ਦਾ ਵੋਟ ਪਰਸੈਂਟੇਜ ਘਟਿਆ 2007 ਦੇ ਵਿੱਚ ਜਦੋਂ 9.5% ਦੇ ਕਰੀਬ ਵੋਟ ਪਈ ਔਰ ਸੀਟਾਂ ਸਿਰਫ 5 ਮਿਲੀਆਂ। 2012 ਦਾ ਜ਼ਿਕਰ ਕਰਦੇ ਹਾਂ। ਇਹ ਬਹੁਤ ਇੰਟਰਸਟਿੰਗ ਹੈ। 2012 ਚ ਕੀ ਹੋਇਆ? 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਚ ਐਂਟਰੀ ਕਰਦੀ ਹੈ ਇੱਕ ਨਵੀਂ ਪਾਰਟੀ ਜਿਸ ਨੂੰ ਬਣਾਉਂਦੇ ਨੇ ਮਨਪ੍ਰੀਤ ਬਾਦਲ। ਦਰਅਸਲ 1992, 97, 2002, 2007 ਇਹ ਜਿਹੜੀਆਂ 4 ਇਲੈਕਸ਼ਨ ਹੋਈਆਂ ਪੰਜਾਬ ਦੇ ਵਿੱਚ, ਇੱਕ ਵਾਰੀ ਕਾਂਗਰਸੀ, ਇੱਕ ਵਾਰੀ ਅਕਾਲੀ, ਇੱਕ ਵਾਰੀ ਕਾਂਗਰਸੀ, ਇੱਕ ਵਾਰੀ ਅਕਾਲੀ, ਇਹ ਸਭ ਕੁਝ ਹੁੰਦਾ ਹੋਇਆ ਨਜ਼ਰ ਆਉਂਦਾ ਸੀ। ਇਸ ਕਰਕੇ ਮਨਪ੍ਰੀਤ ਬਾਦਲ ਅਕਾਲੀ ਦਲ ਤੋਂ ਤਾਂ ਵੱਖ ਹੋਏ ਸੀ ਤਾਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਪੰਜਾਬ ਦੇ ਵਿੱਚ ਇੱਕ ਥਰਡ ਫਰੰਟ ਦੀ ਗੁੰਜਾਇਸ਼ ਹੈ, ਇੱਕ ਨਵੀਂ ਪਾਰਟੀ ਆ ਸਕਦੀ ਹੈ। ਪੀਪੀਪੀ ਬਣਾਉਂਦੇ ਨੇ, ਪੀਪਲਸ ਪਾਰਟੀ ਆਫ ਪੰਜਾਬ। ਉਹ ਕੀ ਕਰਦੀ ਹੈ ਉਹ ਤੁਹਾਨੂੰ ਦੱਸਦੇ ਹਾਂ। 2012 ਦੇ ਵਿੱਚ
ਇੱਥੇ ਕਾਂਗਰਸ ਨੂੰ ਫਿਰ 40% ਵੋਟ ਪੈਂਦੀ ਹੈ। ਕਾਂਗਰਸ ਦਾ ਕੈਡਰ ਹੈ ਜੋ ਲਗਾਤਾਰ ਆਪਾਂ ਜ਼ਿਕਰ ਕਰਦੇ ਹਾਂ ਕਿ ਕੈਡਰ ਜਿਸ ਪਾਰਟੀ ਦਾ ਹੁੰਦਾ ਉਹ ਨਾਲ ਜੇ ਰਹਿ ਜਾਵੇ ਤਾਂ ਵੋਟ ਪਰਸੈਂਟੇਜ ਤਾਂ ਜ਼ਰੂਰ ਹੋ ਜਾਂਦਾ। 40% ਵੋਟਾਂ ਪਈਆਂ ਕਾਂਗਰਸ ਨੂੰ, ਪਰ ਸੀਟਾਂ ਆਈਆਂ 46, ਸੱਤਾ ਤੋਂ ਰਹਿ ਗਏ ਦੂਰ। 2012 ਚ ਜੋ ਹੋ ਰਿਹਾ ਸੀ ਅਕਾਲੀ ਕਾਂਗਰਸੀ, 5 ਸਾਲ ਅਕਾਲੀ 5 ਸਾਲ ਕਾਂਗਰਸੀ, 2012 ਦੇ ਵਿੱਚ ਜਾ ਕੇ ਉਹ ਜਿਹੜਾ ਸਿਲਸਿਲਾ ਸੀ ਟੁੱਟ ਗਿਆ ਔਰ ਅਕਾਲੀ ਦਲ ਨੇ ਰਿਪੀਟ ਕਰ ਦਿੱਤਾ, ਕਿਉਂਕਿ ਕਰੀਬ 34.5% ਵੋਟ ਪਈ ਅਕਾਲੀ ਦਲ ਨੂੰ, ਸੀਟਾਂ ਆਈਆਂ 56। ਉਹਨਾਂ ਦੀ ਭਾਈਵਾਲ ਬੀਜੇਪੀ ਨੂੰ 7.25% ਵੋਟ ਪਈ, ਸੀਟਾਂ ਆਈਆਂ 12, ਤਾਂ ਟੋਟਲ 68 ਹੋ ਗਿਆ ਔਰ ਸਰਕਾਰ ਬਣ ਗਈ। ਇੱਥੇ ਇੰਟਰਸਟਿੰਗ ਇਹ ਵੀ ਹੈ ਕਿ ਕਾਂਗਰਸ ਇਕੱਲੇ ਆਪਣੇ ਦਮ ਦੇ ਉੱਤੇ 40% ਵੋਟ ਲੈ ਕੇ ਗਈ ਔਰ ਬੀਜੇਪੀ ਤੇ ਅਕਾਲੀ ਦਲ ਨੇ ਮਿਲ ਕੇ ਕਰੀਬ 42% ਵੋਟ ਹਾਸਲ ਕੀਤੀ। 2% ਦਾ ਫਰਕ ਸੀ, ਪਰ ਸੀਟਾਂ ਵਾਲੇ ਪਾਸੇ ਵੱਡਾ ਫਰਕ ਪੈ ਗਿਆ। ਕਰੀਬ ਤੁਸੀਂ ਦੇਖੋ ਕਿ 22 ਸੀਟਾਂ ਦਾ ਫਰਕ ਪੈ ਗਿਆ ਇਸ 2% ਦੇ ਨਾਲ ਹੀ। ਔਰ ਇਹ ਵੀ ਇੰਟਰਸਟਿੰਗ ਹੈ ਕਿ 7% ਦੇ ਨਾਲ ਵੀ 12 ਜ਼ਰੂਰ ਸੀਟਾਂ ਬੀਜੇਪੀ ਲੈ ਗਈ। ਅਦਰਸ ਵਾਲਾ ਜ਼ਰੂਰ ਧਿਆਨ ਦਿਵੋ, ਕਿਉਂਕਿ ਅਦਰਸ 2007 ਦੇ ਵਿੱਚ ਬਹੁਤ ਹੇਠਾਂ ਚਲਿਆ ਗਿਆ ਸੀ ਪਰਸੈਂਟੇਜ, 9.5%, ਔਰ ਅਦਰਸ 13.71% ਵੋਟਾਂ ਪੈ ਗਈਆਂ। ਇਸ ਦੇ ਵਿੱਚ ਮਨਪ੍ਰੀਤ ਬਾਦਲ ਦੀਆਂ ਵੋਟਾਂ ਵੀ ਨੇ, ਮਨਪ੍ਰੀਤ ਬਾਦਲ ਦੀ ਪੀਪੀਪੀ ਦੀਆਂ, ਪੀਪਲਸ ਪਾਰਟੀ ਆਫ ਪੰਜਾਬ। ਇੰਟਰਸਟਿੰਗ ਹੈ ਕਿ 2012 ਚ ਭਗਵੰਤ ਮਾਨ ਪੀਪਲਸ ਪਾਰਟੀ ਆਫ ਪੰਜਾਬ ਤੋਂ ਲੜੇ ਸੀ, ਲਹਿਰਾ ਦੀ ਚੋਣ, ਲਹਿਰਾ ਗਾਗਾ ਤੋਂ ਚੋਣ ਮੈਦਾਨ ਚ ਉਤਰੇ ਸੀ, ਹਾਰ ਗਏ ਸੀ। ਮਨਪ੍ਰੀਤ ਬਾਦਲ ਦੀ ਪਾਰਟੀ ਕੋਈ ਵੀ ਸੀਟ 2012 ਚ ਜਿੱਤ ਨਹੀਂ ਸਕੀ ਔਰ ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਵੋਟ ਪਰਸੈਂਟੇਜ 4-5% ਜ਼ਰੂਰ ਖਿੱਚਿਆ। ਇਸ ਦੇ ਨਾਲ ਇਹ ਕਿਹਾ ਗਿਆ ਕਿ ਜੋ ਅਕਾਲੀਆਂ ਦੇ ਪ੍ਰਤੀ ਐਂਟੀ ਇਨਕੰਬੈਂਸੀ ਸੀ ਪੰਜਾਬ ਦੇ ਵਿੱਚ ਉਹ ਖਤਮ ਹੋ ਗਈ, ਜਾਂ ਫਿਰ ਉਹ ਮਨਪ੍ਰੀਤ ਬਾਦਲ ਵਾਲੇ ਪਾਸੇ ਜਾ ਕੇ ਪੈ ਗਈਆਂ ਵੋਟਾਂ ਔਰ ਉਸ ਦਾ ਨੁਕਸਾਨ ਕਾਂਗਰਸ ਨੂੰ ਹੋ ਗਿਆ ਤੇ ਸਰਕਾਰ ਬਣ ਗਈ। 2012 ਤੋਂ ਬਾਅਦ 2017 ਪਿਛਲੀ ਵਾਰ ਦੀਆਂ ਚੋਣਾਂ ਕੀ ਕੁਝ ਕਹਿੰਦੀਆਂ ਨੇ ਉਹ ਤੁਹਾਨੂੰ ਦੱਸਦੇ ਹਾਂ। 2017 ਹਾਲਾਂਕਿ ਸਾਨੂੰ ਸਾਰਿਆਂ ਨੂੰ ਯਾਦ ਹੈ, ਪਰ ਮੈਂ ਤੁਹਾਨੂੰ ਦੱਸਦਾ ਕਿ ਆਖਿਰ ਉਸ ਸਮੇਂ ਕੀ ਸਮੀਕਰਨ ਸੀ। ਉਸ ਸਮੇਂ ਸਮੀਕਰਨ ਇਸ ਕਰਕੇ ਖਾਸ ਹੋ ਗਏ ਕਿਉਂਕਿ ਇੱਕ ਨਵੀਂ ਪਾਰਟੀ ਨੇ ਐਂਟਰੀ ਕੀਤੀ। 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 4 ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦੇ ਦਿੱਤੀਆਂ। ਭਗਵੰਤ ਮਾਨ ਇੱਕ ਵੱਡਾ ਨਾਮ ਬਣ ਗਿਆ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ ਔਰ ਚੰਗੀ ਮੈਜੋਰਟੀ ਦੇ ਨਾਲ, ਤਾਂ ਉਸ ਦਾ ਅਸਰ ਕੀ ਪੰਜਾਬ ਦੇ ਵਿੱਚ ਨਜ਼ਰ ਆਏਗਾ। ਹਵਾ ਬਹੁਤ ਹੋਈ, 100 ਸੀਟਾਂ ਦਾ ਦਾਅਵਾ ਆਮ ਆਦਮੀ ਪਾਰਟੀ ਕਰਦੀ ਰਹੀ, ਪਰ ਜਦੋਂ ਨਤੀਜੇ ਆਏ 2017 ਦੇ ਵਿੱਚ ਤਾਂ ਉਸ ਸਮੇਂ ਦੇਖੋ ਕਾਂਗਰਸ ਨੇ 77 ਸੀਟਾਂ ਹਾਸਲ ਕਰ ਲਈਆਂ। ਔਰ ਇੰਟਰਸਟਿੰਗ ਇਹ ਵੀ ਹੈ ਕਿ ਕਾਂਗਰਸ ਨੂੰ ਵੋਟ ਪਰਸੈਂਟੇਜ 'ਚ ਨੁਕਸਾਨ ਹੋਇਆ ਕਰੀਬ 1.5% ਦਾ। 38.40% ਸੀ, ਕਰੀਬ 2% ਦੇ ਨੇੜੇ ਵੋਟਾਂ ਘਟੀਆਂ ਕਾਂਗਰਸ ਦੀਆਂ ਉਹਨਾਂ ਦੇ ਖਾਤੇ 'ਚੋਂ, ਪਰ ਸੀਟਾਂ ਵੱਧ ਗਈਆਂ। 46 ਤੋਂ ਕਾਂਗਰਸ ਪਹੁੰਚ ਗਈ 77 ਤੱਕ, 59 ਦੇ ਅੰਕੜੇ ਨੂੰ ਪਾਰ ਕੀਤਾ, 77 ਤੱਕ ਪਹੁੰਚੇ ਫੁੱਲ ਮੈਜੋਰਟੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਔਰ ਅਕਾਲੀ ਦਲ ਨੂੰ ਬਹੁਤ ਨੁਕਸਾਨ ਹੋਇਆ। ਪਰ ਇਹ ਵੀ ਇੰਟਰਸਟਿੰਗ ਹੈ ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਵੋਟ ਪਰਸੈਂਟੇਜ ਔਰ ਸੀਟਾਂ ਇਹ ਦੋਵੇਂ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ। ਕਿਉਂ? ਉਹ ਇਹ ਤੁਹਾਨੂੰ ਦੱਸੇਗਾ ਅੰਕੜਾ, ਕਿਉਂਕਿ 15 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ 2017 ਦੇ ਵਿੱਚ ਮਿਲਦੀਆਂ ਨੇ, ਪਰ ਵੋਟ ਪਰਸੈਂਟੇਜ ਟੁੱਟਿਆ ਨਹੀਂ ਬਹੁਤ ਜ਼ਿਆਦਾ। ਅਕਾਲੀ ਦਲ ਦੀ 34%, 34.5% ਵੋਟ ਸੀ ਔਰ ਉਹ ਘਟ ਕੇ 25% ਦੇ ਨੇੜੇ ਜ਼ਰੂਰ ਆ ਗਈ, ਪਰ ਇੰਨਾ ਵੀ ਜ਼ਿਆਦਾ ਨਹੀਂ ਗਿਰ ਗਿਆ ਜਿੰਨੀਆਂ ਸੀਟਾਂ ਘਟ ਗਈਆਂ, ਕਿਉਂਕਿ ਅਕਾਲੀ ਦਲ ਦੇ ਕੋਲ 56 ਸੀਟਾਂ ਸੀ 2012 ਦੇ ਵਿੱਚ, ਕਰੀਬ 34.71% ਵੋਟਾਂ ਦੇ ਨਾਲ, ਤਾਂ ਉਹ ਘਟ ਕੇ 15 ਦੇ ਉੱਤੇ ਆ ਗਈ। ਵੋਟ ਪਰਸੈਂਟੇਜ ਹਾਲਾਂਕਿ ਘਟ ਘਟਿਆ। ਬੀਜੇਪੀ ਨੂੰ ਨੁਕਸਾਨ ਹੋਇਆ, ਬੀਜੇਪੀ ਨੂੰ ਵੀ ਜਿਹੜੀ ਵੋਟ 5-6% ਪੈ ਰਹੀ ਸੀ ਉਹ ਪਈ, ਪਰ ਸੀਟਾਂ ਘਟ ਗਈਆਂ। ਸੀਟਾਂ ਸਿਰਫ 3 ਆਈਆਂ, ਜੋ 2012 ਦੇ ਵਿੱਚ 12 ਸੀਟਾਂ ਸੀ, ਜੋ 2007 ਦੇ ਵਿੱਚ 19 ਸੀਟਾਂ ਸੀ, ਉਹ 2017 ਦੇ ਵਿੱਚ ਸਿਰਫ 3 ਰਹਿ ਗਈਆਂ। ਇੱਕ ਮਾਝੇ 'ਚ, ਇੱਕ ਦੁਆਬੇ 'ਚ, ਇੱਕ ਮਾਲਵੇ ਦੇ ਵਿੱਚ। ਬੀਐਸਪੀ ਨੂੰ ਕੋਈ ਸੀਟ ਨਹੀਂ ਆਈ, ਵੋਟ ਪਰਸੈਂਟੇਜ ਹੋਰ ਹੇਠਾਂ ਚਲਾ ਗਿਆ ਕਰੀਬ 1.5%, ਔਰ ਅਦਰਸ ਦੇ ਖਾਤੇ ਦੇ ਵਿੱਚ ਇਹ ਬੈਂਸ ਭਰਾ ਦੋਵੇਂ ਜਿੱਤੇ ਨੇ 2017 ਦੇ ਵਿੱਚ 5% ਦੇ ਕਰੀਬ ਅਦਰਸ ਦੇ ਖਾਤੇ ਦੇ ਵਿੱਚ ਵੋਟਾਂ ਗਈਆਂ। ਹੁਣ ਅਸੀਂ ਗੱਲ ਕਰਾਂਗੇ ਵੋਟ ਪਰਸੈਂਟੇਜ ਦੀ, ਇੱਕ ਪਾਰਟੀ ਦੀ, ਵੱਖ-ਵੱਖ ਪਾਰਟੀਆਂ ਦੀ, ਕਿ ਕਿਸ ਤਰੀਕੇ ਨਾਲ ਉਹਨਾਂ ਦਾ ਵੋਟ ਪਰਸੈਂਟੇਜ ਉਹਨਾਂ ਦੇ ਨਾਲ ਰਿਹਾ। ਵੋਟ ਪਰਸੈਂਟੇਜ ਦਾ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਕਾਡਰ ਦਾ ਮਤਲਬ ਹੁੰਦਾ ਹੈ, ਕਾਡਰ ਦਾ ਮਤਲਬ ਹੁੰਦਾ ਹੈ ਕਿ ਇੱਕ ਪਿੰਡ ਦੇ ਵਿੱਚ ਜੇ 1000 ਲੋਕ ਨੇ ਜਾਂ 1500 ਵੋਟਾਂ ਨੇ ਜਾਂ 2000 ਵੋਟਾਂ ਨੇ, ਤਾਂ ਉੱਥੇ ਹੋ ਸਕਦਾ ਹੈ ਕਿ 25 ਬੰਦੇ ਕਾਡਰ ਵਾਲੇ ਹੋਣ ਜਿਹੜੇ ਪੱਕੇ ਕੱਟੜ ਅਕਾਲੀ ਨੇ ਜਾਂ ਕੱਟੜ ਕਾਂਗਰਸੀ ਨੇ ਜਾਂ ਕੱਟੜ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਨਾਲ ਜੁੜੇ ਹੋਏ ਨੇ। ਤਾਂ ਇਹ ਕਾਡਰ ਹੁੰਦਾ ਹੈ ਔਰ ਇਹ ਮਜ਼ਬੂਤ ਇੰਨਾ ਹੈ ਕਿ ਇਹ ਨਾ ਸਿਰਫ ਖੁਦ ਵੋਟ ਕਰਦਾ ਹੈ ਬਲਕਿ ਲੋਕਾਂ ਨੂੰ ਘਰੋਂ ਲਿਆ ਕੇ ਵੋਟ ਕਰਵਾਉਣ ਦੀ ਜ਼ਿੰਮੇਵਾਰੀ ਵੀ ਇਸ ਕਾਡਰ ਦੀ ਹੁੰਦੀ ਹੈ। ਇਹਨਾਂ ਨੂੰ ਜੇ ਪਾਰਟੀ ਦੇ ਕੋਈ ਆਦੇਸ਼ ਆ ਜਾਣ ਤਾਂ ਵੀ, ਜੇ ਨਹੀਂ ਆਉਂਦੇ ਤਾਂ ਵੀ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਪਾਰਟੀ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਲਈ ਜ਼ਰੂਰ ਪੋਲਿੰਗ ਬੂਥ ਤੇ ਵੀ ਨਜ਼ਰ ਆਉਣਗੇ, ਪੋਲਿੰਗ ਏਜੰਟ ਦੇ ਤੌਰ ਤੇ ਨਜ਼ਰ ਆਉਣਗੇ, ਜਾਂ ਫਿਰ ਲੋਕਾਂ ਨੂੰ ਘਰੋਂ ਆ ਕੇ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆਉਣਗੇ। ਤੇ ਮੈਂ ਜ਼ਿਕਰ ਕਰਦਾ ਹੁਣ ਕਾਂਗਰਸ ਦੇ ਵੋਟ ਸ਼ੇਅਰ ਦਾ, ਔਰ ਵੋਟ ਸ਼ੇਅਰ ਹਾਲਾਂਕਿ ਮੈਂ ਤੁਹਾਨੂੰ ਦਿਖਾਇਆ, ਪਰ ਹੁਣ ਬਿਲਕੁਲ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। 1997, 2002, 2007, 2012, 2017
ਤਾਂ ਕਾਂਗਰਸ ਦਾ ਵੋਟ ਪਰਸੈਂਟੇਜ 1997 ਦੇ ਵਿੱਚ ਬਹੁਤ ਡਿੱਗਿਆ। 1992 ਦੇ ਵਿੱਚ ਜਦੋਂ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ ਤਾਂ ਉਸ ਸਮੇਂ ਕਾਂਗਰਸ ਨੇ ਸਰਕਾਰ ਬਣਾਈ ਸੀ। 1992 ਦੇ ਵਿੱਚ ਬਿਆਨ ਸਿੰਘ ਮੁੱਖ ਮੰਤਰੀ ਪੰਜਾਬ ਦੇ ਬਣੇ ਸਨ, ਪਰ ਵੋਟ ਪਰਸੈਂਟੇਜ ਉਸ ਤੋਂ ਬਾਅਦ 1997 ਦੇ ਵਿੱਚ ਬਹੁਤ ਹੇਠਾਂ ਚਲਾ ਗਿਆ ਜਦੋਂ ਅਕਾਲੀ ਦਲ ਨੇ ਜ਼ਬਰਦਸਤ ਇੱਕ ਤਰੀਕੇ ਨਾਲ ਜਿੱਤ ਹਾਸਲ ਕੀਤੀ ਔਰ 93 ਸੀਟਾਂ 1997 ਦੇ ਵਿੱਚ ਜਿੱਤ ਲਈਆਂ। 1997 ਚ 26.59% ਕਾਂਗਰਸ ਦਾ ਵੋਟ ਫੀਸਦ ਸੀ। 2002 ਚ ਵਧਿਆ, ਸਰਕਾਰ ਬਣਾਈ, 35.81% ਵੋਟਾਂ ਪਈਆਂ ਔਰ ਉਸ ਤੋਂ ਬਾਅਦ 40.90% ਵੋਟਾਂ ਪਈਆਂ। 2007 ਦੇ ਵਿੱਚ ਸਰਕਾਰ ਨਹੀਂ ਬਣੀ, ਕਾਂਗਰਸ ਦੀ ਸਰਕਾਰ ਨਹੀਂ ਬਣੀ। 2007 ਦੇ ਵਿੱਚ ਵੋਟਿੰਗ ਪਰਸੈਂਟੇਜ 2007 ਚ ਪਿਛਲੇ 25 ਸਾਲਾਂ ਦੇ ਵਿੱਚ ਕਾਂਗਰਸ ਦਾ 2007 ਸਭ ਤੋਂ ਵੱਧ ਵੋਟਿੰਗ ਫੀਸਦ ਸੀ, ਪਰ ਸਰਕਾਰ ਨਹੀਂ ਬਣੀ 2007 ਦੇ ਵਿੱਚ। ਇਹ ਇਹੀ ਇਸ਼ਾਰਾ ਕਰਦਾ ਹੈ ਕਿ ਵੋਟਾਂ ਪੈ ਗਈਆਂ, ਵੋਟ ਪਰਸੈਂਟੇਜ ਤੁਹਾਡਾ ਵੱਡਾ ਹੋ ਗਿਆ, ਪਰ ਤੁਹਾਡੇ ਹਿੱਸੇ ਦੇ ਵਿੱਚ ਸਰਕਾਰ ਜਿੰਨੀਆਂ ਸੀਟਾਂ ਆ ਜਾਣਗੀਆਂ ਇਹ ਕੋਈ ਪੋਸੀਬਿਲਿਟੀ ਨਹੀਂ ਹੁੰਦੀ। ਤੇ ਉਸ ਤੋਂ ਬਾਅਦ 40.9% 2012 ਦੇ ਵਿੱਚ ਥੋੜਾ ਜਿਹਾ ਘਟਿਆ, ਸਰਕਾਰ ਫਿਰ ਨਹੀਂ ਬਣੀ। ਪਰ 2017 ਦੇ ਵਿੱਚ VOTING ਪਰਸੈਂਟੇਜ ਕਰੀਬ 2% ਫਿਰ ਘਟ ਗਿਆ, ਪਰ ਸਰਕਾਰ ਬਣ ਗਈ ਔਰ ਸਰਕਾਰ ਵੀ ਅਜਿਹੀ ਕਿ ਪਿਛਲੇ 20-25 ਸਾਲ 'ਚ ਸਭ ਤੋਂ ਵਧੀਆ ਪਰਫਾਰਮੈਂਸ ਕਾਂਗਰਸ ਦੀ ਉੱਥੇ ਨਜ਼ਰ ਆਈ ਸੀ। ਮੈਂ ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਦਾ ਜ਼ਿਕਰ ਕਰਾਂਗਾ। ਕਾਂਗਰਸ ਤੋਂ ਬਾਅਦ ਅਸੀਂ ਅਕਾਲੀ ਦਲ ਦਾ ਜ਼ਿਕਰ ਕਰਾਂਗੇ, ਪਰ ਕਾਂਗਰਸ ਦੀਆਂ ਪਹਿਲਾਂ ਸੀਟ ਸ਼ੇਅਰ ਤੁਹਾਨੂੰ ਦਿਖਾਉਂਦੇ ਹਾਂ ਕਿ 1997 ਤੋਂ ਲੈ ਕੇ ਹੁਣ ਤੱਕ ਸੀਟ ਸ਼ੇਅਰ ਕਿੰਨਾ ਰਿਹਾ ਹੈ ਕਾਂਗਰਸ ਦਾ, ਉਹ ਵੀ ਤੁਹਾਡੇ ਸਾਹਮਣੇ ਆਏਗਾ। 1997 ਦੇ ਵਿੱਚ ਜਦੋਂ ਵੋਟ ਪਰਸੈਂਟੇਜ 26.5% ਰਹਿ ਗਿਆ ਤਾਂ ਸਿਰਫ 14 ਸੀਟਾਂ ਆਈਆਂ। ਸੱਤਾ ਤੋਂ ਬਾਹਰ ਅਕਾਲੀ ਦਲ ਦੀ ਸਰਕਾਰ ਰਹੀ 1997 ਤੋਂ 2002 ਤੱਕ। 2002 ਦੇ ਵਿੱਚ ਵੋਟ ਪਰਸੈਂਟੇਜ ਵਧਿਆ, 35-36% ਪਹੁੰਚ ਗਿਆ, ਸੀਟਾਂ 62 ਆ ਗਈਆਂ। 2007 ਦੇ ਵਿੱਚ 2007 ਮੈਂ ਪਹਿਲਾਂ ਕਿਹਾ ਸੀ ਕਿ ਸਭ ਤੋਂ ਜ਼ਿਆਦਾ ਵੋਟਾਂ 2007 'ਚ ਹੀ ਪਈਆਂ ਕਾਂਗਰਸ ਨੂੰ, ਪਰ ਸਰਕਾਰ ਨਹੀਂ ਬਣੀ ਸੀ, ਸਿਰਫ 44 ਸੀਟਾਂ ਆਈਆਂ ਸੀ, ਸਰਕਾਰ ਤੋਂ ਬਹੁਤ ਦੂਰ ਰਹਿ ਗਏ ਸੀ। 2012 ਦੇ ਵਿੱਚ ਫਿਰ 40% ਦੇ ਕਰੀਬ ਵੋਟਾਂ ਪਈਆਂ, 40.90% ਵੋਟਾਂ ਪਈਆਂ, ਸੀਟਾਂ ਮਿਲੀਆਂ 46, ਸਰਕਾਰ ਫਿਰ ਨਹੀਂ ਬਣੀ। ਔਰ 2017 ਦੇ ਵਿੱਚ 77 ਸੀਟਾਂ ਕਾਂਗਰਸ ਨੂੰ ਮਿਲੀਆਂ ਔਰ 77 ਦੇ ਵਿੱਚ 38.50% ਪਈਆਂ ਸੀ। ਇਨਫੈਕਟ ਹੁਣ ਇਹ ਵੀ ਹੋਰ ਇੱਕ ਗ੍ਰਾਫਿਕ ਸਾਡੇ ਕੋਲ ਆ ਗਿਆ ਜਿਸ ਦੇ ਵਿੱਚ ਤੁਹਾਨੂੰ VOTING ਪਰਸੈਂਟੇਜ ਵੀ ਨਾਲ ਨਜ਼ਰ ਆਏਗਾ। 1997 ਚ 26% ਵੋਟਾਂ 26% ਵੋਟਾਂ ਪਈਆਂ, 26.5% 14 ਸੀਟਾਂ ਆਈਆਂ। 2002 ਦੇ ਵਿੱਚ ਕਰੀਬ 36% ਵੋਟਾਂ ਪਈਆਂ, ਸੀਟਾਂ ਆਈਆਂ 62। 2007 ਦੇ ਵਿੱਚ 40 ਸੀਟਾਂ 44, ਫਿਰ 40 ਸੀਟਾਂ 46, ਫਿਰ 2017 ਦੇ ਵਿੱਚ ਵੋਟਾਂ ਪਈਆਂ 38.5%, ਸੀਟਾਂ ਹੋ ਗਈਆਂ 77। ਮਤਲਬ ਇੱਕ ਹੋਰ ਇੰਟਰਸਟਿੰਗ ਫੈਕਟ ਹੈ, ਮੈਂ ਉਹ ਵੀ ਤੁਹਾਨੂੰ ਦੱਸਦਾ। ਦੇਖੋ ਜਿਹੜਾ ਇੱਥੇ ਤੁਸੀਂ ਦੇਖ ਰਹੇ ਹੋ 2002, 2007, 2012 ਇੱਥੇ ਸਿੱਧੀ ਟੱਕਰ, ਇੱਕ ਪਾਰਟੀ ਵਰਸਸ ਦੂਜੀ ਪਾਰਟੀ। ਮਤਲਬ ਇਹ ਹੈ ਕਿ ਜਦੋਂ ਦੋ ਪਾਰਟੀਆਂ ਆਮੋ ਸਾਹਮਣੇ ਦੀ ਟੱਕਰ ਦੇ ਵਿੱਚ ਨੇ, ਜਿਵੇਂ ਅਮਰੀਕਾ 'ਚ ਹੁੰਦਾ ਕਿ ਉੱਥੇ ਦੋ ਹੀ ਪਾਰਟੀਆਂ ਨੇ, ਤਾਂ ਜੇ ਦੋ ਪਾਰਟੀਆਂ ਦੀ ਟੱਕਰ ਹੁੰਦੀ ਹੈ ਤਾਂ ਵੋਟ ਫੀਸਦ ਵੱਧ ਜਾਂਦਾ ਹੈ ਕਿ ਲੋਕਾਂ ਨੇ ਇੱਕ ਨੂੰ ਵੋਟ ਪਾਈ ਨਹੀਂ ਤਾਂ ਦੂਜੇ ਨੂੰ ਪਾਤੀ, ਔਰ ਤੀਜਾ ਜਿਹੜਾ ਅਦਰਸ ਜਾਂ ਫਿਰ ਕੋਈ ਹੋਰ ਪਾਰਟੀ ਹੁੰਦੀ ਹੈ ਉਹਨਾਂ ਦੀ ਵੋਟਿੰਗ ਪਰਸੈਂਟੇਜ ਬਹੁਤ ਘਟਦਾ ਜਾਂਦਾ ਹੈ। ਇਸ ਕਰਕੇ 2002, 2007 ਦੇ ਵਿੱਚ ਵੋਟਾਂ ਤਾਂ ਬਹੁਤ ਪੈ ਗਈਆਂ ਪਰ ਸਰਕਾਰ ਨਹੀਂ ਬਣੀ। 2017 ਦੇ ਵਿੱਚ VOTING ਫੀਸਦ ਘਟਿਆ, ਪਰ ਉਸ ਸਮੇਂ ਆਮ ਆਦਮੀ ਪਾਰਟੀ ਨੇ ਐਂਟਰੀ ਮਾਰ ਦਿੱਤੀ ਸੀ ਔਰ ਇਸ ਕਰਕੇ 23-24% ਆਮ ਆਦਮੀ ਪਾਰਟੀ ਵਾਲੇ ਲੈ ਗਏ, 25% ਅਕਾਲੀ ਦਲ ਲੈ ਗਿਆ, 7-8% BJP ਵਾਲੇ ਲੈ ਗਏ, ਬਾਕੀ ਥੋੜੀ ਜਿਹੀ ਅਦਰਸ ਲੈ ਗਏ ਵੋਟਾਂ। ਇਸ ਕਰਕੇ ਕਾਂਗਰਸ ਦਾ ਜਿਹੜਾ ਵੋਟ ਬੈਂਕ ਸੀ ਉਹ ਸੀਟਾਂ ਨੂੰ ਕਨਵਰਟ ਕਰਨ ਦੇ ਵਿੱਚ ਵੀ ਕਾਮਯਾਬ ਜ਼ਰੂਰ ਹੋਇਆ ਔਰ 77 ਸੀਟਾਂ ਦੇ ਨਾਲ ਕਾਂਗਰਸ ਨੇ ਜਿੱਤ ਹਾਸਲ ਕਰ ਲਈ। ਹੁਣ ਅੱਗੇ ਵਧਦੇ ਹਾਂ, ਅਕਾਲੀ ਦਲ ਦਾ ਜ਼ਿਕਰ ਕਰਾਂਗੇ। ਅਕਾਲੀ ਦਲ ਦਾ ਪਰਫਾਰਮੈਂਸ ਕਿਵੇਂ ਰਹੀ ਹੈ ਪਿਛਲੇ 25 ਸਾਲਾਂ ਦੇ ਵਿੱਚ, ਔਰ 25 ਸਾਲਾਂ ਦਾ ਰਿਕਾਰਡ ਇਹ ਦੱਸਦਾ ਹੈ ਕਿ ਅਕਾਲੀ ਦਲ ਆਪਣੇ ਕੈਡਰ ਨੂੰ ਨਾਲ ਰੱਖਣ ਦੇ ਵਿੱਚ ਕਾਮਯਾਬ ਰਿਹਾ ਹੈ। 1997 ਦੇ ਵਿੱਚ ਕਿਉਂਕਿ ਜ਼ਬਰਦਸਤ ਪਰਫਾਰਮੈਂਸ ਸੀ, 93 ਸੀਟਾਂ 75 ਤਾਂ ਸਿਰਫ ਅਕਾਲੀ ਦਲ ਨੂੰ ਮਿਲ ਗਈਆਂ ਸੀ, ਤਾਂ 75 ਸੀਟਾਂ ਅਕਾਲੀ ਦਲ ਨੂੰ ਮਿਲੀਆਂ ਤਾਂ ਵੋਟ ਪਰਸੈਂਟੇਜ ਦੇਖੋ ਕਿੱਥੇ ਪਹੁੰਚਿਆ ਹੋਇਆ ਹੈ, 37.5% ਤੋਂ ਜ਼ਿਆਦਾ। ਇੱਥੇ ਕਾਂਗਰਸ ਤਾਂ 25% ਤੋਂ ਥੱਲੇ ਰਹਿ ਗਈ ਸੀ ਔਰ 2002 ਦੇ ਵਿੱਚ 31% ਵੋਟਾਂ ਪਈਆਂ ਅਕਾਲੀ ਦਲ ਨੂੰ, ਪਰ ਸੀਟਾਂ ਆਈਆਂ ਘੱਟ ਜੋ ਸਰਕਾਰ ਬਣਾਉਣ ਦੇ ਯੋਗੀਆਂ ਨਹੀਂ ਸੀ। 2007 ਦੇ ਵਿੱਚ 37% ਵੋਟਾਂ ਪਈਆਂ ਔਰ ਸਰਕਾਰ ਬਣਾਈ। 2012 ਦੇ ਵਿੱਚ 34.5% ਵੋਟ ਪਈ, ਸਰਕਾਰ ਬਣਾਈ। 2017 ਦੇ ਵਿੱਚ 25% ਵੋਟ ਪਈ, ਸਰਕਾਰ ਤੋਂ ਬਾਹਰ ਰਹੇ। ਯਾਨੀ ਕਾਂਗਰਸ ਤੇ ਅਕਾਲੀ ਦਲ ਦਾ ਕਾਡਰ ਤਾਂ ਸਾਫ਼ ਤੌਰ ਤੇ ਨਾਲ ਨਜ਼ਰ ਆਉਂਦਾ ਹੈ, ਕਿਉਂਕਿ ਅਕਾਲੀ ਦਲ ਜਦੋਂ ਸੱਤਾ 'ਚ ਸੀ ਤਾਂ ਵੀ ਕਾਡਰ ਨਾਲ, ਸਾਇਲੈਂਟ ਵੋਟ ਜਿਹੜੀ ਆਪਾਂ ਕਹਿੰਦੇ ਕਿ ਕੁਝ % ਵੋਟ ਹੁੰਦੀ ਹੈ ਜੋ ਇੱਕ ਵਾਰੀ ਇੱਧਰ ਵਾਲੇ ਪਾਸੇ ਪੈਂਦੀ ਹੈ, ਦੂਜੇ ਵਾਰ ਦੂਜੇ ਪਾਸੇ ਪੈਂਦੀ ਹੈ, ਤਾਂ ਉਹੀ ਸਰਕਾਰ ਨੂੰ ਬਣਾਉਂਦੇ ਨੇ। ਪਰ ਅਕਾਲੀ ਦਲ ਦਾ ਜਿਹੜਾ ਕਾਡਰ ਹੈ ਉਹ ਜ਼ਰੂਰ ਅਕਾਲੀ ਦਲ ਦੇ ਨਾਲ ਰਿਹਾ ਹੈ। 2002 ਦੇ ਵਿੱਚ ਤੁਸੀਂ ਦੇਖੋ ਸਰਕਾਰ ਬੇਸ਼ੱਕ ਨਹੀਂ ਬਣੀ, 31% ਵੋਟਾਂ ਪੈ ਗਈਆਂ ਔਰ 2007, 2012 ਤੋਂ ਬਾਅਦ 2017 ਬਹੁਤ ਇੰਪੋਰਟੈਂਟ ਹੈ। ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੈ 2017 ਦੇ ਵਿੱਚ ਕੋਈ ਬਹੁਤੀ ਚੰਗੀ ਨਹੀਂ ਸੀ, ਖਾਸ ਤੌਰ ਤੇ ਬੇਅਦਬੀ ਦੇ ਮਾਮਲੇ ਦੇ ਖੂਬ ਸੁਰਖੀਆਂ ਦੇ ਵਿੱਚ ਹੋਣ ਦੀ ਵਜ੍ਹਾ ਨਾਲ, ਨਸ਼ੇ ਦੇ ਮੁੱਦੇ ਦੇ ਖੂਬ ਸੁਰਖੀਆਂ ਦੇ ਵਿੱਚ ਹੋਣ ਦੇ ਨਾਲ 10 ਸਾਲ ਦੀ ਐਂਟੀ ਇਨਕੰਬੈਂਸੀ ਅਕਾਲੀ ਦਲ ਦੇ ਖਿਲਾਫ ਉੱਥੇ ਜਾ ਰਹੀ ਸੀ।
ਅੱਛਾ ਪਰਚੀਆਂ ਦਾ ਬਹੁਤ ਜ਼ਿਕਰ ਸੀ 2017 ਦੇ ਵਿੱਚ ਕਿ ਜਿਹੜੇ ਝੂਠੇ ਪਰਚੇ ਕਰ ਦਿੱਤੇ ਗਏ, ਇਲਜ਼ਾਮ ਇਸ ਤਰੀਕੇ ਨਾਲ ਵਿਰੋਧੀਆਂ ਨੇ ਲਗਾਏ, ਤਾਂ ਇੱਕ ਅਕਾਲੀ ਦਲ ਨੂੰ ਉੱਥੇ ਸਾਹਮਣਾ ਕਰਨਾ ਪੈ ਰਿਹਾ ਸੀ 2017 ਦੇ ਵਿੱਚ ਕਿ ਜਦੋਂ ਤੁਸੀਂ ਕਹਿ ਸਕਦੇ ਹੋ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਐਂਟੀ ਇੰਕੰਬੈਂਸੀ ਦਾ ਅਜਿਹਾ ਹਾਲ ਸੀ ਕਿ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਆ ਬਹੁਤ ਜ਼ਿਆਦਾ ਵਧੀਆ ਨਹੀਂ ਗਿਣੀ ਜਾ ਰਹੀ ਸੀ ਔਰ ਸੀਟਾਂ ਦੇ ਵਿੱਚ ਅਸਰ ਨਜ਼ਰ ਆਇਆ। ਕਰੀਬ 15 ਸੀਟਾਂ ਹੀ ਅਕਾਲੀ ਦਲ ਨੂੰ ਮਿਲੀਆਂ ਔਰ ਤੁਸੀਂ ਦੇਖੋ 2017 ਦੇ ਵਿੱਚ ਬੇਸ਼ੱਕ 15 ਸੀਟਾਂ ਮਿਲੀਆਂ ਹੋਣ, ਬੇਸ਼ੱਕ ਅਕਾਲੀ ਦਲ ਦੇ ਖਿਲਾਫ ਬਹੁਤ ਸਾਰੇ ਫੈਕਟਰ ਚਲੇ ਗਏ ਹੋਣ, ਬੇਅਦਬੀ ਦਾ ਮੁੱਦਾ, ਨਸ਼ੇ ਦਾ ਮੁੱਦਾ, ਪਰਚੀਆਂ ਵਾਲਾ ਇਸ਼ੂ ਜਾਂ ਹੋਰ ਜਿਹੜੇ ਇਸ਼ੂ ਸੀਗੇ, ਲਾਅ ਐਂਡ ਆਰਡਰ ਦਾ ਬਹੁਤ ਜ਼ਿਕਰ ਹੋ ਰਿਹਾ ਸੀ, ਐਂਟੀ ਇੰਕੰਬੈਂਸੀ ਦਾ ਜ਼ਿਕਰ ਹੋ ਰਿਹਾ ਸੀ, ਪਰ ਅਕਾਲੀ ਦਲ ਆਪਣੇ ਕਾਡਰ ਨੂੰ ਨਾਲ ਰੱਖਣ ਦੇ ਵਿੱਚ ਕਾਮਯਾਬ ਰਿਹਾ। 25% ਫਿਰ ਵੀ ਵੋਟਾਂ ਪਈਆਂ, ਸੀਟਾਂ ਬੇਸ਼ੱਕ 15 ਆਈਆਂ ਹੋਣ। ਹੁਣ ਅਕਾਲੀ ਦਲ ਇਹ ਵੀ ਦਾਅਵਾ ਕਰ ਰਿਹਾ ਕਿ ਜਦੋਂ ਸਾਡੀ ਪੋਜੀਸ਼ਨ ਕੋਈ ਬਹੁਤੀ ਵਧੀਆ ਨਹੀਂ ਸੀ, ਲੋਕਾਂ ਨੂੰ ਲੱਗ ਰਿਹਾ ਸੀ ਕਿ ਅਕਾਲੀ ਦਲ ਨੇ ਬੇਅਦਬੀ ਵਾਲੇ ਮਾਮਲੇ 'ਚ ਕਾਰਵਾਈ ਨਹੀਂ ਕੀਤੀ, ਤਾਂ ਉਸ ਸਮੇਂ ਸਾਨੂੰ 15 ਸੀਟਾਂ ਆਈਆਂ ਜਾਂ ਸਾਡਾ ਜਿਹੜਾ ਕਾਡਰ ਹੈ 25% ਸਾਡੇ ਨਾਲ ਰਹਿ ਗਿਆ, ਤਾਂ ਫਿਰ ਇਸ ਵਾਰ ਤਾਂ ਜਿਹੜੇ ਰੁੱਸ ਕੇ ਚਲੇ ਗਏ ਸੀ ਸਾਡੇ ਤੋਂ, ਇਹ ਅਕਾਲੀ ਦਲ ਕਹਿ ਰਿਹਾ ਕਿ ਜਿਹੜੇ ਰੁੱਸ ਕੇ ਸਾਡੇ ਤੋਂ ਚਲੇ ਗਏ ਸੀ ਦੂਰ, ਉਹ ਤਾਂ ਹੁਣ ਵਾਪਸ ਆ ਜਾਣਗੇ। 25% ਸਾਡਾ ਹੈਗਾ ਏ ਕਿ ਜਿਹੜੇ 8-10% ਸਾਡੇ ਤੋਂ ਦੂਰ ਹੋਏ ਸੀ ਉਹ ਵਾਪਸ ਆ ਜਾਣਗੇ, 35% ਦੇ ਕਰੀਬ ਆ ਕੇ ਸਾਨੂੰ ਵੋਟਾਂ ਪੈ ਜਾਣਗੀਆਂ ਤੇ ਅਸੀਂ ਸਰਕਾਰ ਬਣਾ ਲਵਾਂਗੇ। ਇਹ ਅਕਾਲੀ ਦਲ ਦਾ ਇੱਕ ਪੂਰਾ ਸਪੈਕੂਲੇਸ਼ਨ ਹੈ ਜਾਂ ਤੁਸੀਂ ਅਨੁਮਾਨ ਕਹਿ ਸਕਦੇ ਹੋ। ਅਕਾਲੀ ਦਲ ਦਾ ਵੋਟ ਪਰਸੈਂਟੇਜ ਤੇ ਸੀਟਾਂ ਦੇਖ ਲਓ, ਕਿਉਂਕਿ 1997 ਚ 37.5% ਵੋਟਾਂ ਪਈਆਂ ਸੀ, 75 ਸੀਟਾਂ ਆ ਗਈਆਂ ਸੀ, ਬਿਲਕੁਲ ਕਲੀਅਰ ਮੈਂਡੇਟ ਸੀ ਸਿਰਫ ਅਕਾਲੀ ਦਲ ਦੇ ਕੋਲ। ਇਨਫੈਕਟ ਬੀਜੇਪੀ ਵੀ ਇਹਨਾਂ ਦੇ ਨਾਲ ਸੀ ਉਸ ਸਮੇਂ। ਉਸ ਤੋਂ ਬਾਅਦ 2002 ਦੇ ਵਿੱਚ 31% ਵੋਟਾਂ ਪੈ ਗਈਆਂ ਪਰ ਸੀਟਾਂ ਆਈਆਂ 41। ਇਹੀ ਬਹੁਤ ਇੰਪੋਰਟੈਂਟ ਹੈ ਕਿ 6% ਵੋਟਾਂ ਘਟੀਆਂ ਪਰ ਸੀਟਾਂ ਦੇਖੋ ਕਰੀਬ ਅੱਧੇ ਦੇ ਨੇੜੇ ਆ ਗਈਆਂ, ਕਿ ਜੇਕਰ ਵੋਟ ਪਰਸੈਂਟੇਜ ਨਾਲ ਰਹਿੰਦਾ ਹੈ ਤਾਂ ਕੀ ਉਹ ਸੀਟਾਂ 'ਚ ਕਨਵਰਟ ਹੋ ਪਾਏਗਾ ਜਾਂ ਨਹੀਂ, ਕਿਉਂਕਿ ਜੇ ਇਸ ਵਾਰ 31% ਵੋਟ ਵੀ ਅਕਾਲੀ ਦਲ ਦਾ ਰਿਹਾ ਤਾਂ ਸੀਟਾਂ ਵਧਣ ਗਿਆ। ਉਸ ਦੀ ਇੱਕ ਵਜ੍ਹਾ ਇਹ ਵੀ ਹੈ ਕਿਉਂਕਿ ਬਹੁਕੋਣੀ ਮੁਕਾਬਲਾ ਹੈ, ਅਲੱਗ-ਅਲੱਗ ਜਿਹੜੀਆਂ ਪਾਰਟੀਆਂ ਖੜੀਆਂ ਹੋਈਆਂ ਨੇ। ਜੇ ਸਿਰਫ ਦੋ ਪਾਰਟੀਆਂ ਹੋਣ ਕਿ ਇੱਕ ਨੂੰ 31 ਪੈ ਗਈ, ਦੂਜੀ ਨੂੰ 50 ਪੈ ਗਈ ਜਾਂ 45-48% ਵੋਟ ਪੈ ਗਈ, ਤਾਂ ਫਿਰ ਉੱਥੇ ਸੀਟਾਂ ਵੀ ਕੀ ਮਿਲਣੀਆਂ, ਉੱਥੇ ਵੀ ਪੋਜੀਸ਼ਨ ਬਹੁਤ ਖਰਾਬ ਹੋ ਜਾਂਦੀ ਹੈ। ਪਰ ਜਦੋਂ 31 ਇੱਕ ਨੂੰ ਪਈ ਹੈ, 35 ਇੱਕ ਨੂੰ ਪੈ ਗਈ, 40 ਇੱਕ ਨੂੰ ਪੈ ਗਈ ਜਾਂ ਫਿਰ 23 ਇੱਕ ਨੂੰ ਪੈ ਗਈ, ਇਸ ਤਰ੍ਹਾਂ ਨਾਲ ਹੋਵੇਗਾ ਤਾਂ ਫਿਰ ਸੀਟਾਂ ਦੀ ਤਾਦਾਦ ਵੀ ਵਧਣ ਦੀ ਉਮੀਦ ਹੈ। 2007 ਦੇ ਵਿੱਚ 37% ਵੋਟ ਸੀ, 48 ਸੀਟਾਂ ਇੱਥੇ ਸਰਕਾਰ ਬਣਾਈ ਉਹਨਾਂ ਨੇ ਬੀਜੇਪੀ ਦੇ ਨਾਲ ਮਿਲ ਕੇ। 2012 ਦੇ ਵਿੱਚ 34% 34.5% ਵੋਟਾਂ 56 ਸੀਟਾਂ ਮਿਲੀਆਂ। ਉਸ ਤੋਂ ਬਾਅਦ 2017 ਦੇ ਵਿੱਚ 25% ਵੋਟਾਂ ਪਈਆਂ, ਸੀਟਾਂ ਮਿਲੀਆਂ ਸਿਰਫ 15। ਇਹ ਅਕਾਲੀ ਦਲ ਦੇ ਲਈ ਇੱਕ ਰਾਹਤ ਵਾਲੀ ਗੱਲ ਜ਼ਰੂਰ ਹੈ। ਅਕਾਲੀ ਦਲ ਪਿਛਲੇ 5 ਸਾਲ ਇਸ ਥਿਊਰੀ ਦੇ ਉੱਤੇ ਬਹੁਤ ਕੰਮ ਕਰਦਾ ਆਇਆ ਹੈ ਕਿ ਜੇ ਸਾਡਾ 25% ਕਾਡਰ ਸਾਡੇ ਨਾਲ ਖੜਾ ਰਿਹਾ 2017 ਦੇ ਵਿੱਚ, ਬਹੁਤ ਸਾਰੇ ਫੈਕਟਰ ਉਸ ਸਮੇਂ ਅਕਾਲੀ ਦਲ ਦੇ ਨਾਲ ਨਹੀਂ ਸੀ। ਅਕਾਲੀ ਦਲ ਇੱਕ ਸ਼ਬਦ ਦਾ ਇਸਤੇਮਾਲ ਕਰਦਾ ਹੈ ਕਿ 2017 ਦੇ ਵਿੱਚ ਸਾਡੇ ਖਿਲਾਫ ਬਹੁਤ ਭੰਡੀ ਪ੍ਰਚਾਰ ਕੀਤਾ ਗਿਆ, ਕਿ ਜਦੋਂ ਉਸ ਪ੍ਰਚਾਰ ਕਰਨ ਦੇ ਵਿੱਚ ਅਕਾਲੀ ਦਲ ਕਹਿ ਰਿਹਾ ਕਿ ਵਿਰੋਧੀ ਕਾਮਯਾਬ ਰਹੇ ਸੀ, ਫਿਰ ਵੀ 25% ਵੋਟਾਂ ਸਾਨੂੰ ਪੈ ਗਈਆਂ, ਤਾਂ ਇਸ ਵਾਰ ਤਾਂ ਪੋਜੀਸ਼ਨ ਬਿਲਕੁਲ ਵੱਖਰੀ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਹੁਣ ਇੱਕ ਹੋਰ ਪਾਰਟੀ ਦੀ, ਪਾਰਟੀ ਜੋ ਅਕਾਲੀ ਦਲ ਦੇ ਨਾਲ ਸੀ ਪਰ ਇਸ ਵਾਰ ਵੱਖਰੀ ਹੈ ਤੇ ਉਹਨਾਂ ਦਾ ਕੀ ਕੁਝ ਕਹਿੰਦਾ ਵੋਟ ਪਰਸੈਂਟੇਜ ਉਹ ਤੁਹਾਨੂੰ ਦੱਸਦੇ ਹਾਂ। ਬੀਜੇਪੀ ਦਾ ਇੰਟਰਸਟਿੰਗ ਇਹ ਵੀ ਹੈ ਕਿ ਤੁਹਾਨੂੰ ਜਿਹੜੇ ਅਸੀਂ ਅੰਕੜੇ ਦਿਖਾ ਰਹੇ ਹਾਂ, ਇਹ ਸਾਰੇ ਅੰਕੜੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਸਮੇਂ ਦੇ ਨੇ। ਇਸ ਦਾ ਮਤਲਬ ਕੀ ਹੈ ਕਿ ਜਿਵੇਂ ਬੀਜੇਪੀ ਦੇ ਕੋਲ, ਜੇ ਮੈਂ 2017 ਦਾ ਜ਼ਿਕਰ ਕਰਾਂ ਕਿ ਸੋਮ ਪ੍ਰਕਾਸ਼ ਜਿੱਤੇ ਫਗਵਾੜਾ ਵਿਧਾਨ ਸਭਾ ਹਲਕੇ ਤੋਂ, ਹੁਣ ਜਿਹੜੀਆਂ ਫਗਵਾੜਾ ਦੇ ਵਿੱਚ ਬੀਜੇਪੀ ਦੀਆਂ ਵੋਟਾਂ ਨੇ ਉਹ ਤਾਂ ਪਈਆਂ ਹੀ ਪਈਆਂ, ਉਹ ਬੀਜੇਪੀ ਦੇ ਵੋਟਿੰਗ ਪਰਸੈਂਟੇਜ ਕਾਊਂਟ ਹੋਏਗੀ। ਅੱਛਾ, ਜਿਹੜੇ ਅਕਾਲੀ ਦਲ ਨੂੰ ਚਾਹੁੰਦੇ ਨੇ, ਅਕਾਲੀ ਦਲ ਵਾਲੇ ਪਾਸੇ ਜਾ ਕੇ ਖੜਦੇ ਸੀ, ਉਹਨਾਂ ਨੇ ਵੀ ਵੋਟ ਤਾਂ ਬੀਜੇਪੀ ਨੂੰ ਪਾਈ ਕਿਉਂਕਿ ਗੱਠਜੋੜ ਸੀ, ਤਾਂ ਫਿਰ ਜੇ ਬੀਜੇਪੀ ਨੂੰ ਵੋਟ ਪਈ ਹੋਈ ਹੈ ਤਾਂ ਉਹ ਵੀ ਕਾਊਂਟ ਬੀਜੇਪੀ ਵਾਲੇ ਪਾਸੇ ਹੋਏਗਾ। ਉਹ ਸੇਮ ਅਕਾਲੀ ਦਲ ਨਾਲ ਵੀ ਹੈ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਜਾ ਕੇ, ਜਿੱਥੇ ਜਾ ਕੇ ਬੀਜੇਪੀ ਦੀ ਵੋਟ ਬਹੁਤ ਹੈਗੀ ਹੈ ਪਰ ਉੱਥੇ ਅਕਾਲੀ ਦਲ ਦਾ ਕੈਂਡੀਡੇਟ ਸੀ, ਅਕਾਲੀ ਦਲ ਜਿੱਤ ਗਿਆ, ਤਾਂ ਉਹ ਵੀ ਉਹਨਾਂ ਦੇ ਹਿੱਸੇ ਹੀ ਕਾਊਂਟ ਹੋਣਾ ਸੀ। ਤਾਂ ਇੱਕ ਵਾਰੀ ਨਜ਼ਰ 1997 ਦੇ ਵਿੱਚ ਬੀਜੇਪੀ ਦੀ ਪਰਫਾਰਮੈਂਸ ਸਭ ਤੋਂ ਵਧੀਆ ਰਹੀ ਸੀ ਹੁਣ ਤੱਕ ਪਿਛਲੇ 25 ਸਾਲਾਂ ਦੇ ਵਿੱਚ, ਔਰ ਬੀਜੇਪੀ 1997 ਦੇ ਵਿੱਚ 8% ਤੋਂ ਜ਼ਿਆਦਾ ਵੋਟ ਲੈਣ 'ਚ ਕਾਮਯਾਬ ਰਹੀ। ਇਹ ਉਹ ਦੌਰ ਸੀ ਜਦੋਂ 1992 ਦੇ ਇਲੈਕਸ਼ਨ ਬੀਜੇਪੀ ਨੇ ਇਕੱਲੇ ਤੌਰ ਦੇ ਉੱਤੇ ਲੜੇ, ਔਰ ਉਸ ਤੋਂ ਬਾਅਦ 1992 ਦੇ ਵਿੱਚ 1992 ਚ ਇਕੱਲੇ ਤੌਰ ਤੇ ਲੜੇ ਸੀ, 97 ਦੇ ਵਿੱਚ ਗੱਠਜੋੜ ਹੋ ਜਾਂਦਾ ਹੈ ਬੀਜੇਪੀ ਅਤੇ ਅਕਾਲੀ ਦਲ ਦਾ, ਤਾਂ ਉੱਥੇ ਬੀਜੇਪੀ ਨੂੰ ਜ਼ਬਰਦਸਤ ਫਾਇਦਾ ਹੁੰਦਾ ਔਰ ਕਰੀਬ 8.5% ਵੋਟ। 2002 ਚ 5.5%, ਜਦੋਂ ਬੀਜੇਪੀ ਦਾ ਵੋਟ ਪਰਸੈਂਟੇਜ ਘਟਿਆ ਤਾਂ ਅਕਾਲੀ ਦਲ ਨੂੰ ਵੀ ਨੁਕਸਾਨ ਹੋਇਆ, ਬੀਜੇਪੀ ਨੂੰ ਵੀ ਹੋਇਆ, ਦੋਵੇਂ ਸੱਤਾ ਤੋਂ ਬਾਹਰ ਹੋ ਗਏ। ਉਸ ਤੋਂ ਬਾਅਦ 2007 ਦੇ ਵਿੱਚ ਜ਼ਬਰਦਸਤ ਪਰਫਾਰਮੈਂਸ ਸੀ, ਬੇਸ਼ੱਕ 8.33 ਤੋਂ ਥੋੜਾ ਜਿਹਾ ਵੋਟ ਪਰਸੈਂਟ 2007 ਦੇ ਵਿੱਚ ਘੱਟ ਹੋਵੇ, 8.28% ਸੀ, ਪਰ ਇੱਥੇ 23 ਸੀਟਾਂ ਦੇ ਵਿੱਚੋਂ 19 ਸੀਟਾਂ ਬੀਜੇਪੀ ਜਿੱਤਣ 'ਚ ਕਾਮਯਾਬ ਰਹੀ ਸੀ, ਬੇਸ਼ੱਕ ਡਿਪਟੀ ਸੀਐਮ ਨਹੀਂ ਬਣਿਆ ਸੀ। 2012 ਦੇ ਵਿੱਚ 7.18% ਵੋਟਾਂ ਪਈਆਂ, ਇੱਥੇ 12 ਸੀਟਾਂ ਜਿੱਤਣ 'ਚ ਕਾਮਯਾਬ ਰਹੀ। 2017 'ਚ ਪਰਫਾਰਮੈਂਸ ਅਕਾਲੀ ਦਲ ਬੀਜੇਪੀ ਦੋਵਾਂ ਦੀ ਹੇਠਾਂ ਗਈ ਔਰ ਬੀਜੇਪੀ ਦੇ ਖਾਤੇ ਦੇ ਵਿੱਚ ਸਿਰਫ 3 ਸੀਟਾਂ
ही बीजेपी ਦੇ ਹਿੱਸੇ ਰਹਿ ਗਈਆਂ ਸੀ 2017 ਦੇ ਵਿੱਚ। ਇੱਕ ਵਾਰੀ ਸੀਟ ਸ਼ੇਅਰ ਵੀ ਦੇਖ ਲਓ ਔਰ 1997 ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਨੇ 8.5% ਤੋਂ ਜ਼ਿਆਦਾ 18 ਸੀਟਾਂ ਆਈਆਂ, 2002 ਦੇ ਵਿੱਚ 3, 2007 ਹੁਣ ਤੱਕ ਦੀ ਬੀਜੇਪੀ ਦੀ ਪੰਜਾਬ ਦੇ ਵਿੱਚ ਬੈਸਟ ਪਰਫਾਰਮੈਂਸ ਤੁਸੀਂ ਕਹਿ ਸਕਦੇ ਹੋ, 19 ਸੀਟਾਂ ਆਈਆਂ, 2012 ਦੇ ਵਿੱਚ 12 ਸੀਟਾਂ ਆਈਆਂ, ਜਦਕਿ 2017 ਦੇ ਵਿੱਚ 3 ਸੀਟਾਂ ਬੀਜੇਪੀ ਦੇ ਖਾਤੇ ਵਿੱਚ ਆਈਆਂ। ਤਾਂ ਬੀਜੇਪੀ ਕੀ 2017 क्योंकि 2017 जिन्ने भी मैं तुहानू 5 साल दिखा रहे हैं, ये 5 ਦੇ 5 साल ये ਉਹ साल ने ਜਦੋਂ 5 ਦੀਆਂ 5 ਚੋਣਾਂ ਉਹ ਨੇ ਜਦੋਂ ਬੀਜੇਪੀ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਚੋਣ ਮੈਦਾਨ ਦੇ ਵਿੱਚ ਉਤਰੀ ਹੋਈ ਸੀ। ਹੁਣ 2022 ਜਦੋਂ ਲਿਖਿਆ ਜਾਏਗਾ ਤਾਂ ਉੱਥੇ ਬੀਜੇਪੀ ਵੱਖਰੀ ਹੋਏਗੀ। ਬੀਜੇਪੀ ਸਭ ਤੋਂ ਜ਼ਿਆਦਾ ਸੀਟਾਂ ਦੇ ਉੱਤੇ ਆਪਣੇ ਭਾਈਵਾਲਾਂ ਦੇ ਨਾਲ ਪਹਿਲੀ ਵਾਰ ਲੜ ਰਹੀ ਹੈ, ਇੱਕ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਭਾਈਵਾਲਾਂ ਦੇ ਵਿੱਚ, ਕਿਉਂਕਿ ਬੀਜੇਪੀ ਨੇ ਨਵੇਂ ਭਾਈਵਾਲ ਭਾਲ ਲਏ, कैप्टन अमरिंदर सिंह वाली पार्टी ते दूजे पासे श्रोमणी अकाली दल संयुक्त वाली पार्टी। तो वोट परसेंटेज दे नाल असीं तुहानूं सीटां भी दिखा रहे हैं, 8.5% वोटां, 8.33, 18 सीटां, 5.67 दे विच 3 सीटां, 8.28 दे विच 19 सीटां, 7.18 दे विच 12 सीटां और 5.39% दे विच 3 सीटां बीजेपी दे खाते आईयां। ਤਾਂ ਇਹ ਪੂਰਾ ਚੋਣ ਸਮਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਖਰ ਕੀ ਕੁਝ ਅੰਕੜੇ ਕਹਿੰਦੇ ਨੇ। ਮਤਲਬ ਬਹੁਤ ਸਾਫ਼ ਹੈ ਕਿ ਇਸ ਦਿਖਾਉਣ ਦਾ ਮਕਸਦ ਕੀ ਹੈ। ਦਿਖਾਉਣ ਦਾ ਮਕਸਦ ਬਹੁਤ ਕਲੀਅਰ ਹੈ ਕਿ ਜੇਕਰ ਵੋਟ ਪਰਸੈਂਟੇਜ ਦੇ ਵਿੱਚ ਜ਼ਬਰਦਸਤ ਪਰਫਾਰਮੈਂਸ ਸਿਆਸੀ ਪਾਰਟੀਆਂ ਦੀ ਰਹਿੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੋਏਗਾ ਕਿ ਉਹ ਸੀਟਾਂ ਦੇ ਵਿੱਚ ਵੀ ਕਨਵਰਟ ਹੋ ਜਾਏਗੀ। ਹਾਲਾਂਕਿ ਜੇਕਰ ਕੋਈ ਪਾਰਟੀ 40% ਸੀਟਾਂ ਜਾਂ 40% ਵੋਟਾਂ ਲੈ ਕੇ ਜਾਣ ਦੇ ਵਿੱਚ ਇਸ ਵਾਰ ਕਾਮਯਾਬ ਰਹਿੰਦੀ ਹੈ ਤਾਂ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਤਾਂ ਆ ਸਕਦਾ ਹੈ। ਕਿਉਂਕਿ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਕਿ ਜਦੋਂ ਦੋ ਪਾਰਟੀਆਂ ਹੁੰਦੀਆਂ ਨੇ ਤਾਂ ਫਿਰ ਉੱਥੇ 40% ਇੱਕ ਪਾਸੇ, 40% ਇੱਕ ਪਾਸੇ ਤੇ ਜਿਹੜੀ ਪਿੱਛੇ 20% ਵੋਟ ਹੁੰਦੀ ਹੈ ਉਹ ਵੰਡੀ ਜਾਂਦੀ ਹੈ ਅਦਰਸ ਦੇ ਵਿੱਚ। ਜੇ ਹੁਣ 3 ਪਾਰਟੀਆਂ ਨੇ ਜਾਂ 4 ਪਾਰਟੀਆਂ ਨੇ ਤਾਂ ਇੱਥੇ ਜਿਹਨੂੰ 35, 37, 38% ਵੋਟ ਪੈ ਗਈ ਜਾਂ 35 ਦੇ ਵੀ ਆਸ-ਪਾਸ 37% ਵੋਟ ਪੈ ਗਈ ਤਾਂ ਸਮਝੋ ਕਿ ਉਹ ਸਰਕਾਰ ਬਣਾਉਣ ਦੇ ਤਾਂ ਬਹੁਤ ਨੇੜੇ ਪਹੁੰਚ ਗਿਆ ਜਾਂ ਫਿਰ 70 ਵਾਲਾ ਜਿਹੜਾ ਇੱਕ ਫਿਗਰ ਹੈ ਉਹ ਵੀ ਕ੍ਰਾਸ ਕਰ ਗਿਆ, ਕਿਉਂਕਿ ਸਰਕਾਰ ਬਣਾਉਣ ਦੇ ਲਈ ਸਿਰਫ 59 ਸੀਟਾਂ ਦੀ ਜ਼ਰੂਰਤ ਹੈਗੀ ਹੈ। ਖੈਰ ਹੁਣ ਇੰਤਜ਼ਾਰ ਹੈ ਕਿ ਕਦੋਂ ਈਵੀਐਮ ਖੁੱਲਦੀਆਂ ਨੇ। ਜਦੋਂ ਈਵੀਐਮ ਖੁੱਲਣੀਆਂ ਸ਼ੁਰੂ ਹੋਣਗੀਆਂ ਤਾਂ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਭ ਦੇ ਸਾਹਮਣੇ ਹੋਏਗਾ ਕਿ ਆਖਿਰ ਜਿੱਤ ਕਿਸ ਦੀ ਹੁੰਦੀ ਹੈ, ਹਾਰ ਕਿਸ ਦੀ ਹੁੰਦੀ ਹੈ, ਸਰਕਾਰ ਕਿਸ ਦੀ ਬਣਦੀ ਹੈ, ਕੌਣ ਬਣਦਾ ਪੰਜਾਬ ਦਾ ਮੁੱਖ ਮੰਤਰੀ, ਕਿਸ ਦੇ ਹੱਕ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਪਣਾ ਫੈਸਲਾ ਸੁਣਾਇਆ ਹੈ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਇਸੇ ਤਰ੍ਹਾਂ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰਚਾਉਣ ਦੀ, ਅੰਕੜਿਆਂ ਦੇ ਜ਼ਰੀਏ ਵੀ ਸਮਝਾਉਣ ਦੀ। ਤੁਸੀਂ ਜ਼ਰੂਰ ਸਾਡੇ ਨਾਲ ਜੁੜੇ ਰਹੋ। ਨਿਊਜ਼ 18 ਪੰਜਾਬ ਦੇਖਦੇ ਰਹੋ। ਫਿਲਹਾਲ ਦੇ ਲਈ ਧੰਨਵਾਦ।